मैं अगे भी गल करदा सी भी एक जानी कुछ महीनों की बच्ची, कुछ महीने उहदी उम्र सी, वो बच्ची दी मां किसी को बच्ची फड़ा के इदां खेडण लई छड्ड के पार्टी दे विच अपना इंजॉय कर रही सी ते वो बच्ची दे शॉल नूं खून लग गया तिवका। हुण जदों देखिया दूजे दिन उहनूं पता, उहनूं पुछण लगी किसी नूं, कहंदी भई इहदे शॉल नूं खून लगा सी, कोई लड़ाई तां नहीं होई, झगड़ा तां नहीं होया, जे होया आ ते मेरी बच्ची ने देखिया किन्ना आ, उहने सुनिया किन्ना आ। जदों लड़ाई, जदों खून आ, इहदा मतलब ग्रैलिंग भी होई होगी, उच्ची उच्ची आर्गूमेंट भी होए होणगे, बहस होई होगी। ਉਹਦੇ ਵਿੱਚੋਂ किन्ना हिस्सा इस बच्ची ने देखा आ, किन्ना हिस्सा ਇਹਦੇ ਕੰਨਾਂ 'ਚ ਪਿਆ ਆ। ਮੈਨੂੰ ਦੱਸੋ, मैं पता करके डॉक्टर दे जाण। मैं नहीं चाਹੁੰਦੀ बच्ची दे दिमाग दे उत्ते ਇਹ असर पवे। दुनिया दे ਜਿਹੜੇ अमीर अमीर लोग आ, बड़े बड़े बिजनेसमैन आ, ਜਿਹੜੇ ਸਮਗਲਿੰਗ ਦੀ ਦੁਨੀਆ ਦੇ ਵਿੱਚ ਬੜੇ ਮਾਹਰ ਆ, ਜੇ ਤੁਸੀਂ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਬੱਚੇ ਵੀ ਇਸ ਖੇਤਰ ਵਿੱਚ ਆਏ ਆ ਤੁਹਾਡੇ ਨਾਲ, ਬਹੁਤ ਘੱਟ ਹੋਣਗੇ। ਹਰੇਕ 15-20 ਸਾਲ ਦਾ ਜਿਹੜਾ ਅਗਲਾ ਪੀਰੀਅਡ ਆ, ਉਹਦੇ ਵਿੱਚ ਜਿਹੜੀ ਅਗਲੀ ਜਨਰੇਸ਼ਨ ਆ ਉਹ ਬਦਲਦੀ ਜਾ ਰਹੀ ਆ। ਉਹਨਾਂ ਨੂੰ ਇਹ ਫਿਕਰ ਪਿਆ ਆ, ਉਹ ਕਹਿੰਦੇ ਬੱਚਿਆਂ ਨੂੰ ਇਹ ਨਾ ਸਿਖਾਓ, ਬੱਚਿਆਂ ਨੂੰ ਇਹ ਨਹੀਂ ਦੱਸਣ ਦੀ ਸਾਨੂੰ ਲੋੜ ਕਿ ਤੂੰ ਬੱਚਾ ਆ, ਜੇ ਜਦੋਂ ਤੂੰ ਵੱਡਾ ਹੋਣਾ ਆ, ਬਾਹਰਲੀ ਦੁਨੀਆ ਇਦਾਂ ਦੀ ਖਤਰਨਾਕ ਆ, ਬਾਹਰਲੀ ਦੁਨੀਆ ਇਦਾਂ ਧੋਖਾ ਦੇ ਦਿੰਦੀ ਆ, ਬਾਹਰਲੀ ਦੁਨੀਆ ਇਦਾਂ ਬੇਵਕੂਫ ਬਣਾ ਦਿੰਦੀ ਆ, ਸੰਭਲ ਕੇ ਰਹੀਂ। ਕਹਿੰਦੇ ਇਹ ਨਹੀਂ ਸਿਖਾਉਣ ਦੀ ਲੋੜ, ਬੱਚਿਆਂ ਨੂੰ ਇਹ ਸਿਖਾਈਏ ਭਈ ਬਾਹਰਲੀ ਦੁਨੀਆ ਇਦਾਂ ਦੀ ਹੋਣੀ ਚਾਹੀਦੀ ਆ। ਬੱਚਿਆ, ਤੈਂ ਵੱਡਾ ਹੋਣਾ, ਜਿਹੜੇ ਸਮਾਜ ਵਿੱਚ ਜਾਣਾ, ਤੈਂ ਜਿੱਥੇ ਜੀਣਾ, ਜਿਹੜੇ ਲੋਕਾਂ ਦੇ ਸੰਬੰਧ ਆ ਇਦਾਂ ਦੇ ਹੋਣੇ ਚਾਹੀਦੇ ਆ, ਉੱਥੇ ਇੱਕ ਦੂਜੇ ਦੇ ਨਾਲ ਇਦਾਂ ਰਹਿਣਾ ਚਾਹੀਦਾ ਆ, ਬੰਦੇ ਨੂੰ ਬੰਦੇ ਦੇ ਨਾਲ। ਇਹ ਸਿਖਾਓ ਬੱਚਿਆਂ ਨੂੰ, ਤਾਂ ਕਿ ਜਦੋਂ ਉਹਨਾਂ ਦਾ ਟਾਈਮ ਆਵੇ ਤੇ ਉਦਾਂ ਦੀ ਦੁਨੀਆ। ਦੇਖੋ 3 ਹਿੱਸੇ ਆ। ਇੱਕ ਇਹ ਆ ਵੀ ਅੱਜ ਤੋਂ 400 500 800 ਸਾਲ ਪਹਿਲਾਂ ਦੁਨੀਆ ਕਿੱਦਾਂ ਦੀ ਸੀ। ਜੇ ਅਸੀਂ ਆਪਣੇ ਗੁਰਦੁਆਰਿਆਂ ਨੂੰ ਦੇਖੀਏ, ਅਸੀਂ ਬੱਚਿਆਂ ਨੂੰ ਕੀ ਸਿਖਾਉਣੇ ਆ ਭਈ 9ਵੇਂ ਪਾਤਸ਼ਾਹ ਦਾ ਸੀਸ ਲੱਥਾ, ਵੀ ਬਾਦਸ਼ਾਹ ਨੇ ਇਦਾਂ ਜ਼ੁਲਮ ਕੀਤਾ, ਇਦਾਂ ਧੱਕਾ ਕੀਤਾ, 10ਵੇਂ ਪਾਤਸ਼ਾਹ ਨੇ ਇੰਨੇ ਦੁੱਖ ਝੱਲੇ। ਅਸੀਂ ਝੂਠੀਆਂ ਸਾਖੀਆਂ ਬਣਾ ਕੇ ਇਦਾਂ ਵੀ ਤੀਜੇ ਪਾਤਸ਼ਾਹ ਦੇ ਉਹਨਾਂ ਦੀ ਲੜਕੀ ਇਦਾਂ ਸੇਵਾ ਕਰਦੀ ਸੀ, ਉਹਨੇ ਪੀੜੇ ਥੱਲੇ ਪੈਰ ਦੇ ਦਿੱਤਾ, ਪੈਰ ਚੋਂ ਖੂਨ ਨਿਕਲਿਆ ਆ, ਤੀਜੇ ਪਾਤਸ਼ਾਹ ਨੇ ਕਿਹਾ ਵਰ ਮੰਗ ਲੈ। ਉਹ ਕਹਿੰਦੀ ਵੀ ਜਿਹੜੀ ਗੁਰੂ ਨਾਨਕ ਦੀ ਗੱਦੀ ਮੇਰੇ ਘਰ ਵਿੱਚ ਰਹੇ। ਫਿਰ ਕਹਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਰਹੂਗੀ, ਪਰ ਤੈਨੂੰ ਸ਼ਹੀਦੀਆਂ ਬਹੁਤ ਦੇਣੀਆਂ ਪੈਣਗੀਆਂ, ਤੇ ਦੁੱਖ ਬਹੁਤ ਝੱਲਣੇ ਪੈਣਗੇ। ਤੇ 10ਵੇਂ ਪਾਤਸ਼ਾਹ ਨੇ ਸਾਰਾ ਪਰਿਵਾਰ ਵਾਰਿਆ, ਬੱਚਿਆਂ ਨੂੰ ਸੂਬਾ ਸਰਹੰਦ ਬਹੁਤ ਜਲ। ਅਸੀਂ ਇਹ ਸਿਖਾਉਣੇ ਬੱਚਿਆਂ ਨੂੰ ਵੀ ਦੁਨੀਆ ਕਿੱਦਾਂ ਦੀ ਸੀ। ਫਿਰ ਇੱਕ ਉਹ ਆ ਜਿਹੜੇ ਬੱਚਿਆਂ ਨੂੰ ਇਹ ਦੱਸ ਰਹੇ ਆ ਵੀ ਅੱਜ ਦੁਨੀਆ ਕਿੱਦਾਂ ਦੀ ਆ, ਤਾਂ ਕਿ ਕਿਤੇ ਇਦਾਂ ਨਾ ਹੋਵੇ ਵੀ ਉਹ ਪਾਸਟ ਦੇ ਵਿੱਚ ਜੀਵੇ, ਉਹ ਗੱਲਾਂ ਉਹਦੇ ਦਿਮਾਗ ਤੇ ਘਰ ਕਰ ਜਾਣ। ਜਿਹੜੇ ਹੱਕ ਆਪਣੇ ਸਾਨੂੰ ਜ਼ਬਰਦਸਤੀ ਹਥਿਆਰ ਚੱਕ ਕੇ ਆਪਣੀ ਹਿੱਕ ਦੇ ਜ਼ੋਰ ਨਾਲ ਖੋਹਣੇ ਪੈਂਦੇ ਸੀ ਕਿਤੇ ਪਹਿਲੀਆਂ ਸਦੀਆਂ 'ਚ, ਉਹ ਤਰੀਕਾ ਉਹਦੇ ਦਿਮਾਗ 'ਚ ਵਸ ਜਾਏ। ਕਿਤੇ ਉਹਦੇ ਦਿਮਾਗ 'ਚ ਇਹ ਨਾ ਹੋ ਜਾਏ ਜਿਹੜੇ ਆਲੇ ਦੁਆਲੇ ਜਿਹੜੇ ਸਵਾਲ ਪੁੱਛਦੇ ਆ, ਜਿਹੜੇ ਹਾਕਮ ਆ ਉਹ ਜ਼ਾਲਮ ਹੁੰਦੇ ਆ, ਜਿਹੜੇ ਪੁਲਿਸ ਵਾਲੇ ਆ, ਮਿਲਟਰੀ ਵਾਲੇ ਬੜੇ ਅਤਿਆਚਾਰੀ ਹੁੰਦੇ ਆ, ਨੀਹਾਂ 'ਚ ਚਿਣ ਦਿੰਦੇ ਆ। ਇਹ ਨਾ ਹੋਵੇ ਬੱਚੇ ਨੂੰ ਜੇ ਕਿਤੇ ਪੁਲਿਸ ਵਾਲਾ ਹੱਥ ਦੇਵੇ, ਕਿਤੇ ਰੋਕੇ, ਤੇ ਉਹਦੇ ਦਿਮਾਗ 'ਚ ਹੋਵੇ ਵੀ ਇਹਨੇ ਹੁਣ ਮੇਰੇ ਨਾਲ ਧੱਕਾ ਕਰਨਾ, ਜ਼ਬਰਦਸਤੀ ਕਰਨੀ ਮੇਰੇ ਨਾਲ, ਮੈਂ ਦੌੜ ਜਾਵਾਂ ਇਹਦੇ ਕੋਲੋਂ, ਮੈਂ ਹੱਥ ਨਹੀਂ ਆਉਣਾ ਇਹਦੇ, ਮੈਂ ਗੁਰੂ ਦਾ ਸਿੱਖ ਹਾਂ। ਇੱਦਾਂ ਨਾ ਕਿਤੇ ਹੋ ਜਾਏ। ਉਹ ਕਹਿੰਦੇ ਬੱਚਿਆਂ ਨੂੰ ਇਹ ਸਿਖਾ ਦਈਏ ਵੀ ਅੱਜ ਦੁਨੀਆ ਕਿੱਦਾਂ ਦੀ ਆ। ਪਰ ਨਹੀਂ, ਹੁਣ ਸਮਾਂ ਇਹ ਆ, ਉਹ ਕਹਿੰਦੇ ਬੱਚਿਆਂ ਨੂੰ ਇਹ ਸਿਖਾਓ ਦੁਨੀਆ ਹੋਣੀ ਕਿੱਦਾਂ ਦੀ ਚਾਹੀਦੀ ਆ। ਇੱਥੇ ਤੱਕ ਪਹੁੰਚ ਗਏ ਆ ਹੁਣ ਅਸੀਂ। ਅੱਜ ਜਦੋਂ ਦੇਖੋ, ਜੇ ਤੁਸੀਂ 200-300 ਸਾਲ ਪੁਰਾਣੀ ਗੱਲ ਕਰੋ, ਰਿਆਸਤਾਂ ਜਿਹੜੀਆਂ ਛੋਟੀਆਂ ਰਿਆਸਤਾਂ ਪਿੰਡਾਂ ਵਾਂਗ, ਜਦੋਂ ਅਸੀਂ ਮਿਸਲਾਂ ਦੀ ਗੱਲ ਕਰ ਲਈਏ, ਮਿਸਲਾਂ ਦੇ ਟਾਈਮ ਕਿੱਡੀਆਂ ਰਿਆਸਤਾਂ ਸੀ, ਕਿੱਡੀ ਮਿਸਲ ਸੀ।
ਹੁਣ ਜਿਹੜੇ ਸਿੱਖ, ਜਿਹੜਾ ਕੋਈ ਫੌਜੀ, ਜਿਹੜਾ ਸਿਪਾਹੀ ਇੱਕ ਮਿਸਲ ਦੇ ਜਥੇਦਾਰ ਦੇ ਕੋਲ ਜਾ ਕੇ ਰਹਿਣ ਲੱਗ ਪੈਂਦਾ ਸੀ, ਉਹਦਾ ਫੌਜੀ ਬਣ ਜਾਂਦਾ ਸੀ, ਕਿ ਦੂਜੀ ਮਿਸਲ ਵਾਲਾ ਉਹਨੂੰ ਕੁਝ ਕਹਿ ਸਕਦਾ ਸੀ? ਹਾਲਾਂਕਿ 2 ਪਿੰਡ ਛੱਡ ਕੇ ਉਹ ਬੈਠਾ ਸੀ ਉੱਥੇ, ਕਰ ਸਕਦਾ ਸੀ ਕੁਛ? ਉਹ ਅਗਲੇ ਕਹਿੰਦੇ ਨਹੀਂ, ਸਾਡੀ ਸ਼ਾਇਦ ਵਿੱਚ ਆ ਗਿਆ। ਅਸੀਂ ਨੰਦ ਲਾਲ ਜੀ ਬਾਰੇ ਕਹਿੰਦੇ ਵੀ ਹਾਂ, ਔਰੰਗਜ਼ੇਬ ਨੇ ਏਦਾਂ ਜ਼ੁਲਮ ਕੀਤਾ ਉੱਤੇ ਤੇ ਗੁਰੂ ਗੋਬਿੰਦ ਸਿੰਘ ਦੇ ਕੋਲ ਆ ਗਿਆ। ਪਰ ਅੱਜ ਦੇ ਟਾਈਮ ਦੇ ਵਿੱਚ ਜੇ ਕੋਈ ਬੰਦਾ ਇੰਗਲੈਂਡ ਦਾ ਸਿਟੀਜ਼ਨ, ਅਮਰੀਕਾ ਦਾ ਸਿਟੀਜ਼ਨ ਤੇ ਕਿਸੇ ਹੋਰ ਕੰਟਰੀ ਦੇ ਵਿੱਚ ਗਿਆ ਹੋਵੇ, ਇੱਕ ਮੁਲਕ 'ਚ ਫਰਾਡ ਕਰਕੇ ਦੂਜੇ ਮੁਲਕ ਵਿੱਚ ਚੱਲ ਜਾਵੇ, ਤੇ ਉਹ ਕਹਿ ਦਿੰਦੇ ਵੀ ਕੋਈ ਗੱਲ ਨਹੀਂ, ਹੁਣ ਤਾਂ ਆ ਗਿਆ, ਹੁਣ ਨਹੀਂ ਦੇਣਾ ਅਸੀਂ। ਹੋ ਸਕਦੀ ਇੱਦਾਂ? ਜੇ ਕੋਈ ਬੰਦਾ, ਕੋਈ ਕਿਸੇ ਕੰਟਰੀ ਦਾ ਸਿਟੀਜ਼ਨ ਇੱਕ ਮੁਲਕ 'ਚ ਗਲਤੀ ਕਰਦਾ ਹੈ ਤੇ ਦੂਜੇ ਮੁਲਕ 'ਚ ਜਾਣਾ ਚਾਹੇ, ਵੀਜ਼ਾ ਦੇਂਦੇ ਆ, ਉਹ ਰਿਕਾਰਡ ਕੱਢਦੇ ਨਹੀਂ ਉਹਦਾ। ਜਦੋਂ ਕਨਵਿਕਟ ਹੋ ਜਾਂਦਾ ਕੋਈ, ਉਹ ਦੁਬਾਰਾ ਜਦੋਂ ਜੌਬ ਅਪਲਾਈ ਕਰਦਾ, ਲੋਨ ਅਪਲਾਈ ਕਰਦਾ ਹੈ, ਕੁਛ ਕਰਦਾ, ਕਿਸੇ ਹੋਰ ਮੁਲਕ 'ਚ ਵੀ ਜਾ ਕੇ ਜਾਣਾ ਚਾਹੁੰਦਾ ਹੈ, ਏਅਰਪੋਰਟ ਤੇ ਰਿਕਾਰਡ ਨਹੀਂ ਨਿਕਲਿਆ ਉਹਦਾ, ਕਹਿੰਦੇ ਨਾ, ਤੈਨੂੰ ਵੀਜ਼ਾ ਨਹੀਂ ਦਿੰਦੇ ਅਸੀਂ। ਹੁਣ ਸਵਾਲ ਪੈਦਾ ਹੁੰਦਾ, ਜਿਹੜਾ ਆਉਣੇ ਵਾਲਾ ਸਮਾਂ ਉਹ ਕਿੱਦਾਂ ਦਾ ਹੋਣਾ? ਗਾਹਾਂ ਤੋਂ ਗਾਹਾਂ ਇਦਾਂ ਨਹੀਂ ਹੋਣਾ ਵੀ ਅਸੀਂ ਕਹੀਏ ਵੀ ਕਿਸੇ ਬੰਦੇ ਨੇ ਗਲਤੀ ਕੀਤੀ ਹੋਵੇ ਤੇ ਅਸੀਂ ਗੁਰਦੁਆਰਿਆਂ ਤੋਂ ਚਿੱਠੀਆਂ, ਕਰੈਕਟਰ ਲੈਟਰ ਦੇ ਦੇਣੇ ਇਹਨੂੰ, ਅਸੀਂ ਇਹਦੇ ਹੱਕ ਦੇ ਵਿੱਚ, ਵੀ ਕੋਰਟ ਦੇ ਵਿੱਚ ਜਾ ਕੇ ਦਊਗਾ ਵੀ ਦੇਖੋ ਜੀ, ਇਹ ਵੀ ਕਹਿੰਦਾ, ਇਹ ਵੀ ਗੁਰਦੁਆਰੇ ਦਾ ਪ੍ਰਧਾਨ ਕਹਿੰਦਾ, ਇਹ ਸੈਕਟਰੀ ਕਹਿੰਦਾ ਵੀ ਬੰਦਾ ਬਹੁਤ ਚੰਗਾ, ਇਹ ਤਾਂ ਸਾਡੇ ਗੁਰਦੁਆਰੇ ਆ ਕੇ ਸੇਵਾ ਬਹੁਤ ਕਰਦਾ, ਇਹ ਚੰਗਾ ਬੰਦਾ, ਇਹਨੂੰ ਕੁਛ ਨਾ ਕਹੋ ਤੁਸੀਂ। ਗਾਹਾਂ ਤੋਂ ਗਾਹਾਂ ਨਹੀਂ ਚੱਲਣੇ ਭਾਈ। ਬੱਚਿਆਂ ਦਾ ਫਿਕਰ ਕਰੀਏ। ਬੜੀ ਤਕਲੀਫ ਹੁੰਦੀ ਆ ਉਸ ਬੰਦੇ ਨੂੰ ਧਰਤੀ ਤੇ ਬੱਚਾ ਲੈ ਕੇ। ਰੱਬ ਨਹੀਂ ਭੇਜਦਾ ਬੱਚਿਆਂ ਨੂੰ, ਮਾਂ ਪਿਓ ਫੈਸਲਾ ਕਰਦੇ ਆ। ਉਸ ਬੰਦੇ ਨੂੰ ਧਰਤੀ ਤੇ ਬੱਚਾ ਲੈ ਕੇ ਆਉਣ ਦਾ ਹੱਕ ਨਹੀਂ ਹੈਗਾ, ਜਿਹਦੇ ਕੋਲ ਇੰਨੀ ਜੁਗਤ ਨਹੀਂ ਹੈਗੀ ਵੀ ਸੰਸਾਰ, ਜਿਹੜਾ ਸਮਾਜ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ ਆ, ਇੰਨੀ ਸਿਖਾਉਣ ਦੀ ਜੁਗਤ ਹੋਵੇ ਜਿਹਦੇ ਕੋਲ, ਉਹਨੂੰ ਹੱਕ ਨਹੀਂ ਹੋਣਾ ਚਾਹੀਦਾ। ਅਸੀਂ ਧੱਕਾ ਨਾ ਕਰੀਏ ਬੱਚਿਆਂ ਦੇ ਨਾਲ। ਸਭ ਤੋਂ ਵੱਧ ਤਕਲੀਫ ਇਨਸਾਨ ਨੂੰ, ਜਦੋਂ ਕਿਸੇ ਨੂੰ ਈਰਖਾ ਕਰਦਾ ਨਾ ਕੋਈ, ਸਭ ਤੋਂ ਵੱਧ ਤਕਲੀਫ ਉਹਨੂੰ ਖੁਦ ਨੂੰ ਹੁੰਦੀ ਹੈ। ਜਦੋਂ ਕੋਈ ਬੰਦਾ ਆਪਣੀ ਗਲਤੀ ਕਰਕੇ, ਕਿਸੇ ਕਾਰਨ ਕਰਕੇ ਕਿਸੇ ਦੂਜੇ ਤੇ ਭਰੋਸਾ ਨਹੀਂ ਕਰ ਸਕਦਾ ਨਾ, ਜਦੋਂ ਸ਼ੱਕ ਕਰਨ ਲੱਗ ਪੈਂਦਾ, ਸਭ ਤੋਂ ਵੱਧ ਤਕਲੀਫ ਉਹਨੂੰ ਆਪ ਹੁੰਦੀ ਹੈ। ਜਦੋਂ ਕਿਸੇ ਨੂੰ ਦੇਖ ਕੇ, ਵੱਧਦੇ ਨੂੰ ਦੇਖ ਕੇ ਸੜਦਾ ਹੈ ਨਾ ਉਹ, ਜਦੋਂ ਇਦਾਂ ਸੋਚਦਾ ਆ ਭਈ ਇਹ ਜੋ ਕੁਛ ਬਣ ਗਿਆ ਇਹ ਤਾਂ ਮੈਂ ਹੋਣਾ ਚਾਹੀਦਾ ਸੀ। ਵੈਸੇ ਵੀ ਜਿਹੜੀ ਇੱਕ ਸਾਡੀ ਮੈਂਟਲ ਸਟੇਟਸ ਆ ਨਾ, ਜਿਹਨੂੰ ਅਸੀਂ ਕਹਿੰਦੇ ਆ ਭਈ ਲਵ, ਹੇਟ ਤੇ ਵਾਂਟ ਟੂ ਬੀ ਜੂ, ਜਿਹੜੀ ਉਹ ਵਾਂਟ ਟੂ ਬੀ ਯੂ ਆ ਨਾ ਭਈ, ਉਹ ਤੋਂ ਵੱਡਾ ਦੁੱਖ ਕੋਈ ਨਹੀਂ। ਨਫ਼ਰਤ ਨਿਕਲਦੀ ਉੱਥੋਂ। ਹੁਣ ਪਰਵਰਿਸ਼ ਕਰਕੇ ਆ, ਮਾਹੌਲ ਕਰਕੇ ਆ, ਉਹਦੀ ਆਪਣੀ ਚਾਹੀਦਾ ਤਾਂ ਇਹ ਆ ਵੀ ਜੇ ਕਿਸੇ ਬੱਚੇ ਦਾ ਸੁਭਾਅ ਯੂਨੀਕ ਆ, ਉਹਦੇ ਸੁਭਾਅ ਦੇ ਵਿੱਚ ਵੀ ਇਹ ਚੀਜ਼ ਆ ਰਹੀ ਨਾ ਵੀ ਮੈਂ ਸ਼ੇਅਰ ਨਹੀਂ ਕਰਦਾ ਕਿਸੇ ਦੇ, ਮੈਂ ਬੱਚੇ ਦੇ ਨਾਲ, ਮੈਂ ਇਹਨੂੰ ਖਿਲਾਉਣਾ ਨਹੀਂ ਚਾਹੁੰਦਾ ਨਾਲ, ਇਹ ਮੈਨੂੰ ਚੀਟ ਕਰਦਾ ਹੈ, ਉਸ ਵੇਲੇ ਵੀ ਅਸੀਂ ਉਹਨੂੰ ਕਾਮ ਕਰਨ ਦੀ ਕੋਸ਼ਿਸ਼ ਕਰੀਏ, ਠੰਡਾ ਕਰਨ ਦੀ ਕੋਸ਼ਿਸ਼ ਕਰੀਏ ਵੀ ਬੇਟਾ ਉਹ ਆ, ਤੂੰ ਆ। ਜੇ ਤੂੰ ਇਹ ਸਾਜ਼ਿਸ਼ ਘੜੇਗਾ ਨਾ ਵੀ ਇਹ, ਕਿਉਂਕਿ ਇਹ ਹਰੇਕ ਵਾਰੀ ਖਰਾਬੀ ਕਰਦਾ ਆ ਤੇ ਹੁਣ ਮੈਂ ਖੇਡ ਦੇ ਵਿੱਚੋਂ ਇਹਨੂੰ ਕਿਸ ਤਰ੍ਹਾਂ ਬਾਹਰ ਕੱਢਣਾ ਹੈ, ਤੈਨੂੰ ਬਹੁਤ ਕੁਝ ਭੈੜਾ ਪਲਾਨ ਕਰਨਾ ਪੈਣਾ, ਭੈੜਾ ਸੋਚ, ਇਹਨੂੰ ਛੱਡ ਦੇ। ਗੱਲ ਠੀਕ ਆ, ਕਿਤੇ ਵੀ ਬੁਲਿੰਗ ਹੁੰਦੀ ਆ ਤੇ ਪਰੇ ਨਹੀਂ ਹੋਣਾ ਚਾਹੀਦਾ, ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਰੋਕਣਾ ਚਾਹੀਦਾ, ਉੱਥੇ ਸਟੈਂਡ ਕਰਨਾ ਚਾਹੀਦਾ, ਜਾ ਕੇ ਸ਼ਿਕਾਇਤ ਕਰੀਏ, ਬੱਚਿਆਂ ਨੂੰ ਸਿਖਾਈਏ ਅਸੀਂ ਜੇ ਬੇਟਾ ਆਪਾਂ ਨਹੀਂ ਕਰਾਂਗੇ ਕੌਣ ਰੋਕੂਗਾ ਇਹਨੂੰ, ਤਾਂ ਵਧੂਗੀ ਇਹ ਤਾਂ। ਪਰ ਸਾਜ਼ਿਸ਼ ਕਰਨੇ ਨਾਲੋਂ
ਉਹ ਪਲੈਨਿੰਗ ਕਰਨੇ ਨਾਲੋਂ ਯੋਜਨਾ ਬਣਾ ਕੇ, ਪਲਾਨਾਂ ਬਣਾ ਕੇ, ਕਿਸੇ ਨੂੰ ਡੇਗ ਕੇ, ਜਿਹੜੀ ਉਹਦੇ ਰਾਹੀਂ ਉਹਦੇ ਅੰਦਰ ਨਫ਼ਰਤ ਪੈਦਾ ਹੋਣੀ ਆ ਨਾ, ਜਿਹੜਾ ਉਹਨੂੰ ਪਛੜ ਜਾਣਾ ਆ, ਜਿਹੜੀ ਉਹਦੀ એનર્ਜੀ ਵੇਸਟ ਹੋਣੀ ਆ, ਉਹਦੇ ਨਾਲੋਂ ਬਿਹਤਰ ਆ ਵੀ ਉਹ ਛੱਡ ਕੇ ਪਰੇ ਹੋ ਜਾਏ, ਫਲਾਈਟ ਕਰ ਜਾਏ। ਬਿਮਾਰੀਆਂ ਉਨੀ ਤਕਲੀਫ ਨਹੀਂ ਦਿੰਦੀਆਂ, ਵੱਡੇ ਹੋਏ ਅੰਗ ਵੀ ਜੁੜ ਜਾਂਦੇ ਆ। ਅੱਜ ਤਾਂ ਅੱਖਾਂ ਵੀ ਉਹ ਨਵੀਆਂ ਪਾ ਦਿੰਦੇ, ਦਿਲ ਵੀ ਨਵਾਂ ਪਾ ਦਿੰਦੇ ਆ, ਠੀਕ ਹੈ, ਕਿਡਨੀਆਂ ਪਾ ਦਿੰਦੇ ਆ, ਲਿਵਰ ਪਾ ਦਿੰਦੇ ਆ। ਜਿਹੜੀ ਤਕਲੀਫ ਆ ਉਹ ਸਾਡੀ ਸੋਚ ਦੀ ਆ, ਸਾਡੇ ਵਿਚਾਰਾਂ ਦੀ ਆ। ਦੁੱਖ ਇਸ ਗੱਲ ਦਾ ਹੁੰਦਾ ਵੀ ਜਿਹੜੇ ਆਗੂ ਆ, ਸਾਡੇ ਜਥੇਦਾਰ ਆ, ਸਾਡੇ ਕਥਾਕਾਰ ਆ, ਸਾਡੇ ਗੁਰਦੁਆਰਿਆਂ ਤੇ ਕਾਬਜ਼ ਲੋਕ ਆ, ਉਹਨਾਂ ਦਾ ਫਰਜ਼ ਬਣਦਾ ਸੀ ਕੌਮ ਨੂੰ ਇਸ ਪਾਸੇ ਲੈ ਕੇ ਜਾਣ ਦਾ। ਉਹਨਾਂ ਨੂੰ ਪਲਾਨ ਬਣਾਉਣੀ ਚਾਹੀਦੀ ਸੀ ਵੀ ਦੁਨੀਆ ਕਿੱਧਰ ਨੂੰ ਜਾ ਰਹੀ। ਹੋਰ ਕੁਛ ਨਾ ਹੁੰਦਾ, ਉਹ ਇਕੱਠੇ ਹੋ ਕੇ ਇਹ ਯੋਜਨਾ ਬਣਾਉਂਦੇ ਵੀ ਹੁਣ ਗੁਰਦੁਆਰਿਆਂ ਦੇ ਅੰਦਰ ਜਿਹੜਾ ਪ੍ਰਚਾਰ ਹੁੰਦਾ ਆਉਣ ਵਾਲੇ 20 ਸਾਲਾਂ ਤੱਕ ਸਾਨੂੰ ਕਿੱਧਰ ਨੂੰ ਲੈ ਕੇ ਜਾਣਾ ਚਾਹੀਦਾ, ਕਿਉਂਕਿ ਸਟੇਟ ਕਿੱਧਰ ਤੁਰ ਪਈ ਆ। ਇਦਾਂ ਨਾ ਹੋਵੇ ਵੀ ਸਾਡੇ ਬੱਚੇ ਸਕੂਲਾਂ 'ਚ ਕੁਛ ਹੋਰ ਸਿੱਖ ਕੇ ਆਉਣ ਤੇ ਗੁਰਦੁਆਰੇ ਅਸੀਂ ਕੁਛ ਹੋਰ ਸਿਖਾਉਂਦੇ ਹੋਈ। ਨਹੀਂ ਤਾਂ ਪੱਕੀ ਗੱਲ ਆ, ਕਿਤੇ ਨਾ ਕਿਤੇ ਫੜੇ ਜਾਵਾਂਗੇ ਅਸੀਂ, ਕਿਤੇ ਨਾ ਕਿਤੇ ਪਛੜਾਂਗੇ ਅਸੀਂ। ਜਿਨ੍ਹਾਂ ਨੇ ਸਟੇਟ ਨੂੰ ਸੋਹਣਾ ਰੱਖਣਾ ਆ, ਜਿਨ੍ਹਾਂ ਨੇ ਧਰਤੀ ਉਹਨਾਂ ਲੋਕਾਂ ਕਰਕੇ ਸੋਹਣੀ ਆ। ਦੁਨੀਆ ਦਾ ਵੱਡੇ ਤੋਂ ਵੱਡਾ ਫਰਾਡਸਟਰ ਆ ਨਾ, ਜਿਹੜਾ ਵੱਡੇ ਤੋਂ ਵੱਡਾ ਧੋਖਾ ਲੁਟੇਰਾ, ਜਿਹੜਾ ਵੱਡੇ ਤੋਂ ਵੱਡਾ ਡਾਕੂ ਆ, ਉਹਦੇ ਵੀ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਚੰਗਿਆਈ ਕਰਨੇ ਵਾਲਾ ਬੰਦਾ, ਉਹਦੇ ਪ੍ਰਤੀ ਅੰਦਰ ਇਹ ਭਾਵਨਾ ਬਣਦੀ ਆ ਕਿ ਇਦਾਂ ਦੇ ਲੋਕ ਚਾਹੀਦੇ ਆ। ਜੇ ਸਮਾਜ ਸੋਹਣਾ ਆ ਤੇ ਇਹਨਾਂ ਲੋਕਾਂ ਕਰਕੇ ਆ। ਜੇ ਗੁਰੂ ਸਾਹਿਬ ਦੀ ਵਡਿਆਈ ਕਰਨੀ ਆ ਤੇ ਇਹਨਾਂ ਗੱਲਾਂ ਕਰਕੇ ਕਰੀਏ। ਆਪਾਂ ਅੱਗੇ ਗੱਲ ਕਰਦੇ ਸੀ ਕਿ 10 ਪਾਤਸ਼ਾਹੀਆਂ ਦੇ ਟਾਈਮ ਉਹਨਾਂ ਨਾਲ ਕਿੰਨੇ ਧੋਖੇ ਹੋਏ ਆ। ਕਰਤਾਰਪੁਰ ਅਸੀਂ ਕਹਿੰਦੇ ਗੁਰੂ ਸਾਹਿਬ ਨੇ ਵਸਾਇਆ, ਕਿਸੇ ਹੋਰ ਨੇ ਕਬਜ਼ਾ ਕਰ ਲਿਆ। ਖਡੂਰ ਗੁਰੂ ਸਾਹਿਬ ਦਾ ਆਪਣਾ ਸੀ, ਕਿਸੇ ਹੋਰ ਨੇ ਕਬਜ਼ਾ ਕਰ ਲਿਆ। ਗੋਇੰਦਵਾਲ ਤੇ ਕਬਜ਼ਾ ਕਰ ਲਿਆ। ਅੰਮ੍ਰਿਤਸਰ ਦੀ ਜ਼ਮੀਨ ਅਸੀਂ ਕਹਿੰਦੇ ਖਰੀਦੀ ਆ ਗੁਰੂ ਸਾਹਿਬ ਨੇ, ਉਹ ਤੇ ਕਿਸੇ ਨੇ ਕਬਜ਼ਾ ਕਰ ਲਿਆ। ਆਨੰਦਪੁਰ ਤੇ ਕਬਜ਼ਾ ਕਰ, ਕਿਤੇ 10 ਪਾਤਸ਼ਾਹੀਆਂ ਤੋਂ ਇਦਾਂ ਹੋਇਆ ਵੀ ਉਹਨਾਂ ਚੋਂ ਕਿਸੇ ਨੇ ਵੀ ਕਿਸੇ ਸਿੱਖ ਨੂੰ, ਕਿਸੇ ਜਥੇ ਨੂੰ, ਗਰੁੱਪ ਨੂੰ ਭੇਜਿਆ ਹੋਵੇ ਵੀ ਜਾ ਉਹਦਾ ਕਤਲ ਕਰਕੇ ਆਓ, ਉਹਨੂੰ ਵੱਢ ਕੇ ਆਓ, ਉਹਦੇ ਟੱਬਰ ਨੂੰ ਕਿਡਨੈਪ ਕਰਕੇ ਆਓ, ਉਹਨੂੰ ਧਮਕਾ ਕੇ ਆਓ, ਰੋਕ ਕੇ ਆਓ ਉਹਨੂੰ ਵੀ ਤੈਨੂੰ ਕਿਤੇ ਮੁਜ਼ਾਹਰਾ ਕਰਨ ਭੇਜਿਆ ਹੋਵੇ ਸਿੱਖਾਂ ਨੂੰ। ਇਹਨਾਂ ਨੇ ਮਿਲਗੋਬਾ ਜਿਹਾ ਕਰਕੇ ਸਾਡੇ ਗਲ ਸਾਰਾ ਕੁਝ ਕਾਹਤੇ ਪਾ ਦਿੱਤਾ। ਕਿੱਡੀ ਖਤਰਨਾਕ ਸਟੇਟਮੈਂਟ ਹੈ ਵੀ ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਕਰੇ ਸੰਗ ਕਿਰਪਾਨ। ਕਿੰਨੀ ਖਤਰਨਾਕ ਸਟੇਟਮੈਂਟ ਹੈ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ। ਕਦੇ ਸੋਚਿਆ ਉਹ ਬਾਕੀਆਂ ਦੇ ਬਰਾਬਰ ਕਿੱਦਾਂ ਬਹਿ ਸਕਣਗੇ ਜਿਨ੍ਹਾਂ ਬੱਚਿਆਂ ਦੇ ਅੰਦਰ ਪੋਟੈਂਸ਼ੀਅਲ ਆ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦਾ, ਹਾਈ ਕੋਰਟ ਦੇ ਜੱਜ ਬਣਨ ਦਾ। ਜਿਹੜੇ ਸਾਡੇ ਆਗੂ ਏਦਾਂ ਅੱਗੇ ਪਿੱਛੇ ਤੁਰੇ ਫਿਰਦੇ ਆ, ਉਹਨੇ ਕਦੇ ਸੋਚਿਆ ਵੀ ਜੇ ਇਦਾਂ ਦਾ ਭਾਰ ਪੈ ਜਾਏ ਬੱਚਿਆਂ ਤੇ, ਜੇ ਇਦਾਂ ਦਾ ਮੌਕਾ ਬਣ ਜਾਏ, ਕੀ ਕਰਨਗੇ ਉਹ?